Hello, dear students. Welcome to my channel Lessons of Life. ਮੈਂ ਤੁਹਾਡੀ ਟੀਚਰ ਗੁਰਪ੍ਰੀਤ ਕੌਰ ਤੇ ਅੱਜ ਆਪਾਂ ਪੁੱਤ ਕਰਨ ਜਾ ਰਹੇ ਹਾਂ ਟੈਂਸ ਦੇ ਵਿੱਚੋਂ ਅਸੀਂ ਅੱਜ ਕਰਾਂਗੇ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਔਰ ਪਾਸਟ ਕੰਟੀਨਿਊਸ ਟੈਂਸ ਬਹੁਤ ਈਜ਼ੀ ਤਰੀਕੇ ਨਾਲ ਤੇ ਇਸ ਤੋਂ ਬਾਅਦ ਤੁਸੀਂ ਕਦੇ ਨਹੀਂ ਭੁੱਲੋਗੇ, ਕਨਫਿਊਜ਼ ਨਹੀਂ ਹੋਵੋਗੇ। ਠੀਕ, ਤੇ ਨਾਲ ਦੀ ਨਾਲ ਅਸੀਂ ਕਰਾਂਗੇ ਐਕਟੀਵਿਟੀਜ਼ ਕਲਾਸ 7th ਲਈ 5th 6th ਐਂਡ 7th ਉਹਨਾਂ ਦੇ ਲੈਸਨ ਦ ਪ੍ਰਿੰਸੈਸ ਹੂ ਨੈਵਰ ਸਮਾਈਲਡ ਦੇ ਵਿੱਚੋਂ। ਸੋ ਅਗਰ ਤੁਸੀਂ ਜਾਣਨ ਦੇ ਇੱਛੁਕ ਹੋ ਪ੍ਰੈਜ਼ੈਂਟ ਔਰ ਪਾਸਟ ਕੰਟੀਨਿਊਸ ਟੈਂਸ ਦੇ ਬਾਰੇ 'ਚ ਕੀ ਆ, ਕਿਵੇਂ ਵਰਤਣਾ, ਤਾਂ ਇਸ ਵੀਡੀਓ ਨੂੰ ਜ਼ਰੂਰ ਵੇਖੋ ਐਂਡ ਤੱਕ। ਚਲੋ ਜੀ, ਕਰਦੇ ਹਾਂ ਸਟਾਰਟ। ਹਾਂਜੀ, ਦੇਖੋ ਸਾਰਿਆਂ ਨੂੰ ਉੱਪਰ ਲਿਖਿਆ ਟੈਂਸ ਕਿੰਨੀ ਤਰ੍ਹਾਂ ਦੇ ਹੁੰਦੇ ਆ? 3 ਤਰ੍ਹਾਂ ਦੇ ਹੁੰਦੇ ਨੇ, ਪ੍ਰੈਜ਼ੈਂਟ, ਪਾਸਟ ਅਤੇ ਫਿਊਚਰ। ਪ੍ਰੈਜ਼ੈਂਟ ਟੈਂਸ ਆ ਜਿਹੜਾ ਪੁੱਤ ਉਹ ਚਾਲੂ ਸਮੇਂ ਬਾਰੇ ਦੱਸਦਾ, ਜਿਹੜਾ ਸਮਾਂ ਚੱਲ ਰਿਹਾ ਗਾ। ਠੀਕ, ਜਿਹੜਾ ਪਾਸਟ ਆ ਉਹ ਜਿਹੜਾ ਬੀਤ ਚੁੱਕਿਆ ਸਮਾਂ ਉਹਦੇ ਬਾਰੇ ਗੱਲ ਕਰਦਾ, ਅਤੇ ਫਿਊਚਰ ਆ ਜਿਹੜਾ ਉਹ ਆਉਣ ਵਾਲੇ ਸਮੇਂ ਦੀ ਗੱਲ ਕਰਦਾ। ਇਹਨੂੰ ਆਪਾਂ ਇੱਦਾਂ ਵੀ ਸਮਝ ਸਕਦੇ ਹਾਂ ਕਿ ਟੈਂਸ ਇਹਨਾਂ ਦਾ ਬਾਬਾ ਅਤੇ ਇਹਦੇ 3 ਪੁੱਤਰ ਨੇ, ਪ੍ਰੈਜ਼ੈਂਟ, ਪਾਸਟ ਅਤੇ ਫਿਊਚਰ। ਠੀਕ, ਲੱਗੀ ਸਮਝ? ਹੁਣ ਇਹਨਾਂ ਤਿੰਨਾਂ ਦੇ ਅੱਗੇ 4 ਹਿੱਸੇ ਨੇ, ਜਾਂ ਤੁਸੀਂ ਕਹਿ ਲਓ ਇਹਨਾਂ ਦੇ ਅੱਗੇ ਚਾਰ ਪੁੱਤਰ ਨੇ ਹਰ ਇੱਕ ਦੇ। ਟੈਂਸ ਸੀ ਬਾਬਾ, 3 ਉਹਦੇ ਪੁੱਤਰ ਪ੍ਰੈਜ਼ੈਂਟ, ਪਾਸਟ ਅਤੇ ਫਿਊਚਰ। ਇਹਨਾਂ ਦੇ ਅੱਗੇ 4 ਪੁੱਤਰ, ਸਾਰਿਆਂ ਦੇ ਸੇਮ ਨਾਮ ਆ, ਨਾਲ ਪਿਤਾ ਦਾ ਨਾਮ ਲੱਗ ਜਾਂਦਾ, ਜਿਵੇਂ ਇਨਡੈਫੀਨੇਟ, ਪ੍ਰੈਜ਼ੈਂਟ ਇਨਡੈਫੀਨੇਟ, ਪਾਸਟ ਇਨਡੈਫੀਨੇਟ, ਫਿਊਚਰ ਇਨਡੈਫੀਨੇਟ। ਪਹਿਲਾ ਮੁੰਡਾ ਸਾਰਿਆਂ ਦਾ, ਦੂਜਾ ਕੰਟੀਨਿਊਸ, ਪ੍ਰੈਜ਼ੈਂਟ ਕੰਟੀਨਿਊਸ, ਪਾਸਟ ਕੰਟੀਨਿਊਸ, ਫਿਊਚਰ ਕੰਟੀਨਿਊਸ। ਤੀਜਾ ਪਰਫੈਕਟ, ਪ੍ਰੈਜ਼ੈਂਟ ਪਰਫੈਕਟ, ਪਾਸਟ ਪਰਫੈਕਟ, ਫਿਊਚਰ ਪਰਫੈਕਟ। ਠੀਕ ਆ, ਚੌਥਾ ਪਰਫੈਕਟ ਕੰਟੀਨਿਊਸ, ਮੂਰੇ ਫੇਰ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ, ਪਾਸਟ ਪਰਫੈਕਟ ਕੰਟੀਨਿਊਸ, ਫਿਊਚਰ ਪਰਫੈਕਟ ਕੰਟੀਨਿਊਸ। ਸੋ ਤਿੰਨਾਂ ਦੇ 4 ਹਿੱਸੇ ਨੇ, ਅਤੇ ਟੋਟਲ ਕਿੰਨੇ ਟੈਂਸ ਹੋ ਗਏ? 12 ਹੋ ਗਏ। ਹਾਂਜੀ, ਮੂਵ ਕਰਦੇ ਹਾਂ। ਅੱਜ ਅਸੀਂ ਗੱਲ ਕਰ ਰਹੇ ਹਾਂ ਸਿਰਫ ਕੰਟੀਨਿਊਸ ਟੈਂਸ ਬਾਰੇ, ਉਹ ਵੀ ਪਾਸਟ ਅਤੇ ਪ੍ਰੈਜ਼ੈਂਟ ਦੀ। ਠੀਕ, ਹੁਣ ਅਸੀਂ ਸਿੰਪਲ ਪ੍ਰੈਜ਼ੈਂਟ ਦੀ ਗੱਲ ਕਰਦੇ ਹਾਂ। ਸਿੰਪਲ ਪ੍ਰੈਜ਼ੈਂਟ ਜਿਹੜਾ ਪਹਿਲਾ ਵੱਡਾ ਮੁੰਡਾ ਉਹਦਾ, ਤੁਸੀਂ ਇੱਥੇ ਲਿਖਿਆ ਦੇਖ ਰਹੇ ਹੋ, ਸਿੰਪਲ ਪ੍ਰੈਜ਼ੈਂਟ ਨੂੰ ਇਨਡੈਫੀਨੇਟ ਵੀ ਕਹਿੰਦੇ ਹਾਂ, ਸਿੰਪਲ ਪ੍ਰੈਜ਼ੈਂਟ ਵੀ ਕਹਿ ਦਿੰਦੇ ਹਾਂ। ਉਹਦੇ 'ਚ ਵਰਬ ਦੀ ਪਹਿਲੀ ਫਾਰਮ ਲੱਗਦੀ ਹੈ ਜਾਂ ਉਹਦੇ ਨਾਲ ਐਸ ਜਾਂ ਈ ਐਸ ਲੱਗਦੀ ਹੈ। ਪਰ ਅੱਜ ਅਸੀਂ ਗੱਲ ਕਰਨੀ ਆ ਕੰਟੀਨਿਊਸ ਟੈਂਸ ਦੀ, ਜਿਹਦੇ ਵਿੱਚ ਹੈਲਪਿੰਗ ਵਰਬ ਇਜ਼ ਐਮ ਆਰ ਦੀ ਵਰਤੋਂ ਹੁੰਦੀ ਆ। ਵਰਬ ਦੀ ਪਹਿਲੀ ਫਾਰਮ ਦੇ ਨਾਲ ਇੰਗ ਲੱਗਦਾ। ਹਾਂਜੀ ਬੇਟਾ, ਚਲੋ ਕਰਦੇ ਹਾਂ ਮੂਵ ਅੱਗੇ। ਹੁਣ ਅਸੀਂ ਸਮਝ ਲਈਏ ਕਿ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦੀ ਪਹਿਚਾਣ ਕੀ ਹੈ, ਕਿੱਥੇ ਹੁੰਦਾ। ਪੰਜਾਬੀ ਦੇ ਵਿੱਚ ਤਾਂ ਇਹਦੀ ਪਹਿਚਾਣ ਬੇਟਾ ਰਿਹਾ ਹੈ, ਰਹੀ ਹੈ, ਰਹੇ ਹਨ, ਰਹੀਆਂ ਹਨ, ਜੇ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਆ। ਠੀਕ ਆ, ਰਹੀਆਂ ਹਨ ਜਾਂ ਰਹੇ ਹਨ, ਹਨ ਲੱਗਿਆ ਹੋਊ। ਜੇ ਪਾਸਟ ਆ ਫਿਰ ਰਿਹਾ ਸੀ, ਰਹੇ ਸਨ, ਰਹੀਆਂ ਸਨ। ਠੀਕ, ਕਿਉਂਕਿ ਤੁਹਾਨੂੰ ਦੱਸਿਆ ਪਾਸਟ ਆ ਜਿਹੜਾ ਬੀਤੇ ਸਮੇਂ ਦੀ ਗੱਲ ਕਰਦਾ। ਠੀਕ, ਹੁਣ ਆਪਾਂ ਸਮਝੀਏ। ਦੇਖੋ ਕਹਿੰਦਾ ਵੈਨ ਦਾ ਐਕਸ਼ਨ ਇਜ਼ ਸਟਿਲ ਗੋਇੰਗ ਔਨ ਔਰ ਕੰਟੀਨਿਊਇੰਗ ਔਰ ਦਾ ਐਕਸ਼ਨ ਇਜ਼ ਇਨਕੰਪਲੀਟ ਦੈਨ ਦਾ ਵਰਬ ਇਜ਼ ਸੈਡ ਟੂ ਬੀ ਇਨ ਦਾ ਪ੍ਰੈਜ਼ੈਂਟ ਕੰਟੀਨਿਊਸ ਟੈਂਸ। ਕਹਿੰਦੇ ਜਦੋਂ ਕੰਮ ਆ ਜਿਹੜਾ ਐਕਸ਼ਨ ਆ ਸਟਿਲ ਗੋਇੰਗ, ਹਜੇ ਚੱਲ ਰਿਹਾ। ਪ੍ਰੈਜ਼ੈਂਟ ਅੱਜ ਦਾ ਦਿਨ ਪ੍ਰੈਜ਼ੈਂਟ ਆ, ਦੇਖੋ। ਠੀਕ ਆ, ਪਰ ਅੱਜ ਦੇ ਦਿਨ 'ਚ ਇਸ ਟਾਈਮ ਮੈਂ ਕੀ ਕਰ ਰਹੀ ਹਾਂ, ਉਹ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਆ। ਪਾਸਟ ਕੱਲ੍ਹ ਦਾ ਦਿਨ ਸੀ, ਕੱਲ੍ਹ ਇਸ ਸਮੇਂ ਕੀ ਕਰ ਰਹੀ ਸੀ, ਉਹ ਪਾਸਟ ਕੰਟੀਨਿਊਸ ਹੋ ਗਿਆ। ਠੀਕ, ਇਸ ਤਰੀਕੇ ਨਾਲ ਜਿਹੜਾ ਐਕਸ਼ਨ ਆ, ਜਿਹੜਾ ਕੰਮ ਆ, ਉਹ ਹਜੇ ਹੋ ਰਿਹਾ, ਉਹ ਖਤਮ ਨਹੀਂ ਹੋਇਆ। ਉੱਥੇ ਵਰਬ ਕੀ ਆ? ਪ੍ਰੈਜ਼ੈਂਟ ਕੰਟੀਨਿਊਸ ਟੈਂਸ ਆ, ਉਸ ਨੂੰ ਅਸੀਂ ਕਹਾਂਗੇ। ਇਹਦੇ ਵਿੱਚ ਹੈਲਪਿੰਗ ਵਰਬ ਕਿਹੜੇ ਲੱਗਦੇ ਆ? ਇਜ਼, ਐਮ, ਆਰ। ਜੇ ਪਾਸਟ ਆ ਤਾਂ ਫਿਰ ਉਹਦੇ 'ਚ ਵਾਸ ਅਤੇ ਵਰ ਲੱਗਦੇ ਆ। ਬਾਕੀ ਵਰਬ ਦੀ ਪਹਿਲੀ ਫਾਰਮ ਦੇ ਨਾਲ ਇੰਗ ਤਾਂ ਲੱਗਣਾ ਹੀ ਲੱਗਣਾ। ਹੁਣ ਆਹ ਦੇਖੋ ਕੁਝ ਐਗਜ਼ਾਮਪਲਸ ਦਿੱਤੀਆਂ ਨੇ। ਈਟ ਪਲੱਸ ਇੰਗ, ਈਟਿੰਗ ਬਣ ਗਿਆ। ਗੋ ਪਲੱਸ ਇੰਗ, ਗੋਇੰਗ ਬਣ ਗਿਆ। ਕੁੱਕ ਪਲੱਸ ਇੰਗ ਬਣ ਗਿਆ, ਕੁਕਿੰਗ। ਹੁਣ ਆਹ ਦੇਖੋ, ਪੜ੍ਹੋ ਪਹਿਲੇ ਉਹ ਲੜਕੀ ਕੀ ਪੁੱਛ ਰਹੀ ਆ, ਇਹ ਵਾਲੀ। ਹਾਂ, ਉਹ ਕਹਿੰਦੀ ਵੇਅਰ ਆਰ ਯੂ ਗੋਇੰਗ, ਤੁਸੀਂ ਕਿੱਥੇ ਜਾ ਰਹੇ ਹੋ। ਵੇਅਰ ਆਰ ਯੂ ਗੋਇੰਗ ਨਾਓ, ਹੁਣ ਤੁਸੀਂ ਕਿੱਥੇ ਜਾ ਰਹੇ ਹੋ। ਤਾਂ ਫਿਰ ਇਹਨੇ ਕੀ ਆਨਸਰ ਦਿੱਤਾ? ਆਈ ਐਮ ਗੋਇੰਗ ਟੂ ਦਾ ਮਾਰਕੀਟ, ਮੈਂ ਬਾਜ਼ਾਰ ਜਾ ਰਹੀ ਹਾਂ। ਹੁਣ ਇੱਧਰ ਇਹਨੇ ਕੀ ਪੁੱਛਿਆ? ਵਿਚ ਬੁੱਕ ਆਰ ਯੂ ਰੀਡਿੰਗ ਨਾਓ, ਹੁਣ ਤੁਸੀਂ ਕਿਹੜੀ ਕਿਤਾਬ ਪੜ੍ਹ ਰਹੇ ਹੋ। ਤਾਂ ਮੁੰਡੇ ਨੇ ਕੀ ਆਨਸਰ ਦਿੱਤਾ? ਆਈ ਐਮ ਰੀਡਿੰਗ ਅ ਨੋਵਲ ਦੀਜ਼ ਡੇਜ਼। ਆਈ ਦੇ ਨਾਲ ਕੀ ਲੱਗਿਆ ਹੋਇਆ? ਐਮ ਲੱਗਿਆ ਹੋਇਆ। ਠੀਕ ਹੈ ਨਾ, ਯੂ ਦੇ ਨਾਲ ਆਰ ਲੱਗਿਆ ਹੋਇਆ, ਧਿਆਨ ਦੇਣਾ। ਇੱਥੇ ਵੀ ਆਈ ਦੇ ਨਾਲ ਐਮ ਲੱਗਿਆ ਹੋਇਆ। ਹਾਂਜੀ, ਸਮਝ ਲੱਗ ਗਈ। ਹੁਣ ਆਪਾਂ ਚੱਲਦੇ ਹਾਂ ਅੱਗੇ, ਅਸੀਂ ਇਹ ਜਾਣੀਏ ਕਿ ਕਿਹੜੇ ਨਾਲ ਕਿਹੜਾ ਲੱਗਦਾ। ਇਹ ਦੇਖੋ ਬੇਟਾ,
ਪਹਿਲਾਂ ਜਿਹੜੀ ਤੁਹਾਡੀ ਬੁੱਕ ਦੇ ਉੱਤੇ ਦਿੱਤਾ ਹੋਇਆ ਲਰਨਿੰਗ ਲੈਂਗੁਏਜ ਦੇ ਵਿੱਚ ਇਹੀ ਚੀਜ਼ ਇੱਥੇ ਸਮਝਾਈ ਗਈ ਆ। ਲੈਸਨ ਦੇ ਵਿੱਚੋਂ ਕੁਝ ਸੈਂਟੈਂਸ ਦੇ ਕੇ ਜਿੱਦਾਂ 1 2 3 4 ਲਿਖੇ ਤੁਸੀਂ ਦੇਖ ਰਹੇ ਹੋ। ਨਾਓ ਆ ਡੇਜ਼ ਦ ਵਾਟਰ ਇਜ਼ ਗੈਟਿੰਗ ਡਰਟੀ। ਠੀਕ, ਇਜ਼ ਲੱਗਿਆ ਹੋਇਆ ਅਤੇ ਨਾਲ ਕੀ ਲੱਗਿਆ ਹੋਇਆ ਉਹਦੇ 'ਚ ਆ ਦੇਖੋ, ਇਜ਼ ਲੱਗ ਗਿਆ ਹੈਲਪਿੰਗ ਵਰਬ, ਗੈਟ ਦੇ ਨਾਲ ਇੰਗ ਲੱਗ ਗਿਆ, ਇਜ਼ ਲੱਗ ਗਿਆ, ਬਿਕਮ ਦੇ ਨਾਲ ਇੰਗ ਲੱਗ ਗਿਆ, ਬਿਕਮਿੰਗ ਬਣ ਗਿਆ, ਇਜ਼ ਗੈਟਿੰਗ ਫਿਰ ਹੋ ਗਿਆ ਹੈ ਨਾ, ਆਈ ਐਮ ਗੋਇੰਗ ਹੋ ਗਿਆ। ਇਹ ਕਿਹੜਾ ਟੈਂਸ ਹੋ ਗਿਆ ਫਿਰ ਇੱਥੇ ਸਾਨੂੰ ਪਤਾ ਲੱਗ ਗਿਆ, ਪ੍ਰੈਜ਼ੈਂਟ ਕੰਟੀਨਿਊਸ ਟੈਂਸ ਹੈ ਇਹ ਇੱਥੇ। ਠੀਕ, ਇਹੀ ਗੱਲ ਇੱਥੇ ਸਮਝਾਈ ਗਈ ਆ ਬੇਟਾ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਕਿਹਦੇ ਨਾਲ ਕਿਹੜਾ ਲੱਗਦਾ। ਦੇਖੋ ਇੰਪੈਰੇਟਿਵ ਮੀਨਸ ਪੋਜ਼ੀਟਿਵ ਸੈਂਟੈਂਸ ਹੁੰਦੇ ਆ, ਆਈ ਦੇ ਨਾਲ ਹਮੇਸ਼ਾ ਐਮ ਦੀ ਵਰਤੋਂ ਹੁੰਦੀ ਆ। ਹੀ ਸ਼ੀ ਇਟ ਔਰ ਸਿੰਗੂਲਰ ਨਾਊਨ ਆ। ਸਿੰਗੂਲਰ ਨਾਊਨ ਮੀਨਸ ਕੋਈ ਇੱਕ ਚੀਜ਼, ਇੱਕ ਬੰਦੇ ਦਾ ਨਾਮ ਹੈ ਨਾ, ਉੱਥੇ ਇਸ ਦੀ ਵਰਤੋਂ ਹੁੰਦੀ ਹੈ, ਤੁਸੀਂ ਦੇਖ ਰਹੇ ਹੋ ਲਿਖਿਆ ਹੋਇਆ। ਅਤੇ ਆਈ ਦੇ ਨਾਲ ਹੋ ਗਿਆ ਐਮ, ਹੀ ਸ਼ੀ ਇਟ ਨਾਲ ਇਜ਼, ਵੀ ਯੂ ਦੇ। ਠੀਕ ਆ, ਇਹਨਾਂ ਨਾਲ ਆਰ ਲੱਗਣਾ ਹੀ ਲੱਗਣਾ। ਪਲੂਰਲ ਆ ਮੀਨਸ ਕੋਈ ਬਹੁਤੀਆਂ ਚੀਜ਼ਾਂ ਨੇ। ਬੁੱਕਸ ਹੋ ਗਿਆ ਜਿੱਦਾਂ ਮੋਹਨ ਐਂਡ ਆਈ, ਮੋਹਨ ਐਂਡ ਰੀਤਾ, 2 ਜਣੇ ਹੋ ਗਏ ਤਾਂ ਉੱਥੇ ਆਰ ਦੀ ਵਰਤੋਂ ਹੋਣੀ ਆ। ਵਰਬ ਦੀ ਪਹਿਲੀ ਫਾਰਮ ਨਾਲ ਇੰਗ ਲੱਗ ਜਾਣੀ ਹੈ ਜੇ ਉਦੋਂ ਪੋਜ਼ੀਟਿਵ ਸੈਂਟੈਂਸਿਸ ਨੇ। ਹੁਣ ਇਹੀ ਚੀਜ਼ ਨੈਗੇਟਿਵ ਦੇ ਵਿੱਚ ਦੇਖੀਏ, ਆਈ ਐਮ ਦੇ ਨਾਲ ਨੋਟ, ਇਸ ਦੇ ਨਾਲ ਨੋਟ, ਆਰ ਦੇ ਨਾਲ ਨੋਟ ਲਾ ਦੇਣਾ, ਹੋਰ ਕੋਈ ਚੇਂਜ ਨਹੀਂ, ਬਾਕੀ ਸਾਰਾ ਸੇਮ ਉੱਦਾਂ ਹੀ ਆ। ਹੁਣ ਤੁਸੀਂ ਇੱਥੇ ਯਾਦ ਰੱਖਣ ਵਾਲੀ ਗੱਲ ਇਹ ਆ ਕਿ ਆਈ ਦੇ ਨਾਲ ਐਮ, ਹੀ ਸ਼ੀ ਇਟ ਅਤੇ ਸਿੰਗੂਲਰ ਨਾਲ ਇਜ਼ ਲੱਗਦੀ ਆ, ਵੀ ਯੂ ਦੇ, ਅਤੇ ਪਲੂਰਲ ਜਿੰਨੇ ਵੀ ਇਹ ਸਬਜੈਕਟਿਵ ਵਰਡ ਨੇ ਇਹਨਾਂ ਨਾਲ ਆਰ ਲੱਗਦੀ ਹੈ ਬੇਟਾ। ਸੋ ਮੂਵ ਟੂ ਨੈਕਸਟ। ਜਦੋਂ ਕੁਐਸਚਨ ਵਾਲਾ ਕੋਈ ਹੈਗਾ ਫਾਰਮੈਟ ਤਾਂ ਫਿਰ ਜਿਹੜੀ ਇਸ ਐਮ ਆਰ ਆ ਉਹ ਫਰੰਟ 'ਤੇ ਆ ਜਾਊਗੀ। ਐਮ ਪਲੱਸ ਆਈ ਲੱਗਣਾ, ਆਈ ਦੇ ਨਾਲ ਐਮ ਹੀ ਆ, ਉਹ ਐਮ ਮੂਹਰੇ ਆ ਜੂ। ਇਜ਼ ਵਰਕਿੰਗ, ਇਜ਼ ਹੀ ਵਰਕਿੰਗ, ਇਟ ਸ਼ੀ ਵਰਕਿੰਗ, ਇਜ਼ ਇਟ ਵਰਕਿੰਗ। ਫਿਰ ਆਰ ਆ, ਸਾਨੂੰ ਪਤਾ ਪਲੂਰਲ ਦੇ ਨਾਲ ਆਰ ਯੂਜ਼ ਦਾ, ਆਰ ਯੂ ਵਰਕਿੰਗ, ਆਰ ਵੀ ਵਰਕਿੰਗ, ਆਰ ਯੂ ਵਰਕਿੰਗ, ਆਰ ਦੇ ਵਰਕਿੰਗ। ਠੀਕ, ਇਹ ਕੁਐਸਚਨ ਵਾਲੇ ਪੈਟਰਨ 'ਚ ਹੋ ਗਿਆ। ਹੁਣ ਇਹਦਾ ਸਟਰਕਚਰ ਸਮਝ ਆ ਗਿਆ ਹੋਊ। ਦੇਖੋ ਤੁਹਾਨੂੰ ਪਹਿਲਾਂ ਜਦੋਂ ਅਸੀਂ ਸੈਂਟੈਂਸ ਬਣਾਉਂਦੇ ਹਾਂ ਪ੍ਰੈਜ਼ੈਂਟ ਇੰਡੈਫੀਨਿਟ ਦਾ, ਸਾਰਿਆਂ ਨਾਲੋਂ ਪਹਿਲਾਂ ਸਬਜੈਕਟ ਆਉਂਦਾ, ਫਿਰ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਯੂਜ਼ ਹੋਣਾ ਹੈਲਪਿੰਗ ਵਰਬ। ਠੀਕ ਆ, ਇਜ਼ ਲੱਗੂ ਜਾਂ ਐਮ ਲੱਗੂ ਜਾਂ ਆਰ ਲੱਗੂ, ਫਿਰ ਵਰਬ ਦੀ ਪਹਿਲੀ ਫਾਰਮ ਨਾਲ ਇੰਗ ਅਤੇ ਫਿਰ ਆਬਜੈਕਟ ਲੱਗੂ। ਜਦੋਂ ਅਸੀਂ ਪਾਸਟ ਟੈਂਸ 'ਚ ਇਹੀ ਗੱਲ ਕਰਨੀ ਹੈ ਤਾਂ ਫਿਰ ਇੱਥੇ ਵਾਜ਼ ਅਤੇ ਵਰ ਦੀ ਵਰਤੋਂ ਕੀਤੀ ਜਾਊ ਇਜ਼ ਐਮ ਆਰ ਦੀ ਜਗ੍ਹਾ 'ਤੇ। ਬਾਕੀ ਸਾਰਾ ਸਟਰਕਚਰ ਸੇਮ ਰਹਿਣਾ, ਕੋਈ ਚੇਂਜਿਸ ਨਹੀਂ ਹੋਣੀਆਂ। ਸਿਰਫ ਹੈਲਪਿੰਗ ਵਰਬ ਹੀ, ਆਈ, ਹੀ ਸ਼ੀ ਇਟ ਸਿੰਗੂਲਰ ਨਾਲ ਬਾਸ ਅਤੇ ਬਾਕੀਆਂ ਦੇ ਨਾਲ ਬਰ। ਕਿਹਦੇ ਨਾਲ? ਆਈ, ਹੀ, ਸ਼ੀ, ਇਟ ਜਾਂ ਕੋਈ ਵੀ ਸਿੰਗੂਲਰ ਆ ਉਹਨਾਂ ਦੇ ਨਾਲ ਬਾਜ਼ ਲੱਗਣਾ। ਠੀਕ, ਬਾਕੀ ਸਾਰਿਆਂ ਦੇ ਨਾਲ ਬਰ ਲੱਗਣਾ ਬੇਟਾ। ਆਈ ਹੋਪ ਤੁਸੀਂ ਇਹ ਅੰਡਰਸਟੈਂਡ ਕਰ ਲਿਆ ਹੋਣਾ। ਹੁਣ ਮੂਵ ਕਰਦੇ ਹਾਂ ਆਪਾਂ ਨੈਕਸਟ। ਹਾਂਜੀ, ਹੁਣ ਹੈਗੀ ਐਕਟੀਵਿਟੀ ਸਾਡੇ ਕੋਲ, ਐਕਟੀਵਿਟੀ ਵੀ ਨੰਬਰ 5। ਇੱਥੇ ਕੰਪਲੀਟ ਕਰਨ ਨੂੰ ਕਿਹਾ ਗਿਆ ਸੈਂਟੈਂਸ ਕਿਹਦੇ ਅਕੋਰਡਿੰਗ, ਜਿਹੜਾ ਬਰੈਕਟ ਦੇ ਵਿੱਚ ਵਰਬ ਦੀ ਫਾਰਮ ਦਿੱਤੀ ਵੀ ਆ ਉਹਨੂੰ ਦੇਖਦੇ ਹੋਏ। ਸੋ ਆਪਾਂ ਨੂੰ ਪਤਾ, ਦੇਖੋ ਉਹਨਾਂ ਨੇ ਉੱਪਰ ਪਹਿਲਾਂ ਹੀ ਲਿਖ ਦਿੱਤਾ ਕਿ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਪੂਰਾ ਕਰਨਾ ਅਸੀਂ। ਪ੍ਰੈਜ਼ੈਂਟ 'ਚ ਹੁਣ ਇੱਥੇ ਅਸੀਂ ਵਰਤੋਂ ਕੀ ਕਰਨੀ ਹੈ, ਇਜ਼, ਐਮ ਅਤੇ ਆਰ ਦੀ। ਵਰਬ ਦੀ ਪਹਿਲੀ ਫਾਰਮ ਜਿਹੜੀ ਮਰਜ਼ੀ ਦਿੱਤੀ ਉਹਦੇ ਨਾਲ ਤਾਂ ਇੰਗ ਹੀ ਲੱਗਣਾ। ਠੀਕ ਆ, ਇਹ ਗੱਲ ਇੱਥੇ ਧਿਆਨ ਰੱਖਣੀ ਹੈ। ਹੁਣ ਦੇਖੋ ਮਾਈ ਟੀਚਰ ਸਿੰਗੂਲਰ ਹੈ, ਇੱਕ ਬੰਦਾ, ਸੋ ਇਜ਼ ਲਾਤਾ। ਯੂ ਦੇ ਨਾਲ ਤੁਹਾਨੂੰ ਦੱਸਿਆ ਸੀ ਆਰ ਲੱਗਣੀ, ਆਰ ਲਾਤਾ। ਡਾਂਸ ਦਾ ਡਾਂਸਿੰਗ ਬਣ ਗਿਆ, ਟਾਕ ਦਾ ਟਾਕਿੰਗ ਬਣ ਗਿਆ। ਹੁਣ ਚਿੰਕੂ ਵੀ ਕੋਈ ਇੱਕ ਬੰਦਾ, ਇੱਕ ਬੱਚੇ ਦਾ ਨਾਮ ਆ, ਸੋ ਇਜ਼ ਲੱਗ ਗਿਆ। ਡੂ ਦਾ ਡੂਇੰਗ ਬਣ ਗਿਆ। ਸ਼ਾਂਤੀ ਵੀ ਇੱਕ ਆ, ਸੋ ਇਜ਼ ਲੱਗ ਗਿਆ। ਵਰਕ ਦਾ ਵਰਕਿੰਗ ਬਣ ਗਿਆ। ਮਾਈ ਕਿਡਸ, ਹੁਣ ਕਿਡਸ ਬਹੁਤੇ ਹੋ ਗਏ, ਐਸ ਲੱਗੀ ਹੋਈ ਆ, ਸੋ ਇੱਥੇ ਅਸੀਂ ਆਰ ਦੀ ਵਰਤੋਂ ਕੀਤੀ ਆ। ਪਲੇ ਦਾ ਹੋ ਗਿਆ ਪਲੇਇੰਗ। ਸਮ ਪੀਪਲ ਵੀ ਬਹੁਤੇ ਹੋ ਗਏ, ਠੀਕ, ਕੁਝ ਲੋਕਾਂ ਦੀ ਗੱਲ ਹੋ ਰਹੀ ਹੈ, ਇਸ ਲਈ ਆਰ ਲੱਗ ਗਿਆ। ਵੇਟ ਦਾ ਵੇਟਿੰਗ ਹੋ ਗਿਆ। ਆਈ ਦੇ ਨਾਲ ਤੁਹਾਨੂੰ ਦੱਸਿਆ ਸੀ ਐਮ ਹੀ ਲੱਗਣਾ, ਪਰ ਇੱਥੇ ਨੋਟ ਲਿਖਿਆ ਹੋਇਆ ਬਰੈਕਟ ਦੇ ਵਿੱਚ, ਨੋਟ ਗੋ, ਇਸ ਲਈ ਆਈ ਐਮ ਨੋਟ ਗੋਇੰਗ ਬਣ ਗਿਆ। ਠੀਕ ਬੇਟਾ, ਇਹਨੂੰ ਨੋਟ ਡਾਊਨ ਕਰ ਲਓ ਤੁਸੀਂ। ਚਲੋ ਹੁਣ ਮੂਵ ਕਰਦੇ ਹਾਂ ਆਪਾਂ ਅਗਲੇ 'ਤੇ। ਹਾਂਜੀ, ਹੁਣ 8th 1 ਦੇਖੋ ਸੇਮ ਥਿੰਗ ਇੱਥੇ ਆ। ਲੀਨਾ ਇੱਕ ਕੁੜੀ ਆ, ਸੋ ਇਜ਼ ਲੱਗ ਗਿਆ। ਸਟੱਡੀ ਦਾ ਬਣ ਗਿਆ ਸਟੱਡਿੰਗ। ਉਮਾ ਵੀ ਇੱਕ ਆ, ਸੋ ਇਜ਼ ਲੱਗ ਗਿਆ। ਪਲੇ ਦਾ ਬਣ ਗਿਆ ਪਲੇਇੰਗ। ਮੋਹਨ ਐਂਡ ਆਈ 2 ਜਣੇ ਹੋ ਗਏ, ਸੋ ਪਰ ਇੱਥੇ ਆਈ ਆ ਹੈ ਨਾ, ਸੋ ਇਸ ਕਰਕੇ ਮੋਹਨ ਐਂਡ ਆਈ ਐਮ ਪੇਂਟਿੰਗ ਦਾ ਫੈਂਸ। ਠੀਕ, ਆਈ ਦੇ ਨਾਲ ਐਮ ਲੱਗਦਾ ਇਸ ਕਰਕੇ।
ਅੱਗੇ ਆ ਗਿਆ ਜੀ ਅਮਿਤਾ ਵੀ ਇੱਕ ਆ। ਸੋ ਅਮਿਤਾ ਇਜ਼ ਹੈਲਪਿੰਗ ਮੀ ਐਟ ਪ੍ਰੈਜੈਂਟ। ਮਾਈ ਚਿਲਡਰਨ, ਹਾਂਜੀ ਮਾਈ ਚਿਲਡਰਨ ਬਹੁਤੇ ਹੋ ਗਏ ਸੋ ਆਰ ਲੱਗ ਗਿਆ। ਇੱਥੇ ਨੋਟ ਦਿੱਤਾ ਹੋਇਆ ਬਰੈਕਟ 'ਚ, ਇਸ ਲਈ ਨੋਟ ਲੱਗੂ। ਲਿਸਨ ਦਾ ਲਿਸਨਿੰਗ ਹੋ ਜੂ। ਹਾਂ ਅੱਗੇ ਵੀ ਕੀ ਆ ਗਿਆ, ਨੋਟ ਵਾਲਾ ਹੀ ਆ ਸੋ ਨੋਟ ਲੱਗਣਾ। ਇੱਥੇ ਵੀ ਇਹ ਸਾਰਾ ਇੱਕ ਕੁੜੀ ਆ ਸੋ ਇਜ਼ ਲੱਗ ਗਿਆ, ਨੋਟ ਡਰਿੰਕਿੰਗ ਹੋ ਗਿਆ। ਆਈ ਐਮ, ਆਈ ਦੇ ਨਾਲ ਲੱਗਣਾ। ਵੈਕਿਊਮ ਦਾ ਵੈਕਿਊਮ ਹੋ ਗਿਆ। ਮਾਈ ਟੀਚਰ ਇੱਕ ਆ ਸੋ ਇਜ਼ ਹੋ ਗਿਆ। ਵਾਚ ਦਾ ਹੋ ਗਿਆ ਵਾਚਿੰਗ। ਹਾਂਜੀ 16th ਸ਼ੀ ਲੱਗਿਆ ਹੋਇਆ, ਸਿੰਗੂਲਰ ਆ, ਇਸ ਲਈ ਸੀ ਦੇ ਨਾਲ ਕੀ ਲੱਗਦਾ ਹੁੰਦਾ, ਇਜ਼ ਲੱਗਦਾ। ਸੋ ਪਹਿਲਾਂ ਸੀ ਇਜ਼ ਲਾਇਆ। ਈਟ ਦਾ ਈਟਿੰਗ ਹੋ ਗਿਆ। ਯੂਅਰ ਆ ਗਿਆ ਤਾਂ ਆਰ ਹੀ ਲੱਗੂ। ਠੀਕ, ਸੋ ਹਾਈਡ ਦਾ ਬਣ ਗਿਆ ਹਾਈਡਿੰਗ, ਮਗਰਲੀ ਕੱਟੀ ਜਾਂਦੀ ਹੁੰਦੀ ਹੈ ਇੰਗ ਲਾਉਣ ਵੇਲੇ। ਯੂ ਫੇਰ ਆ ਗਿਆ ਸੋ ਆਰ ਲੱਗ ਗਿਆ। ਰੀਡ ਦਾ ਰੀਡਿੰਗ ਬਣ ਗਿਆ। ਥੋਮਸ ਇਕੱਲਾ ਹੀ ਆ, ਹੁਣ ਕਿਸੇ ਦਾ ਨਾਮ ਆ, ਇਜ਼ ਲੱਗ ਗਿਆ। ਡਰਾਈਵ ਦਾ ਡਰਾਈਵਿੰਗ ਬਣ ਗਿਆ। ਆਈ ਦੇ ਨਾਲ ਐਮ ਲੱਗ ਗਿਆ। ਵਾਸ਼ ਦਾ ਵਾਸ਼ਿੰਗ ਬਣ ਗਿਆ। ਇਹ ਸਾਰਾ ਟੈਂਸ ਸੀ ਪ੍ਰੈਜ਼ੈਂਟ ਕੰਟੀਨਿਊਸ ਟੈਂਸ। ਹੁਣ ਅੱਗੇ ਉਹਨਾਂ ਨੇ ਕੀ ਦਿੱਤਾ ਹੋਇਆ ਦੇਖੋ, ਨਾਓ ਰੀਡ ਦਾ ਫੋਲੋਇੰਗ। ਇਹ ਤੁਹਾਡੀ ਜਿਹੜੀ ਆਪਣਾ ਲੈਸਨ ਸੀ ਉਹਦੇ ਵਿੱਚੋਂ ਦਿੱਤਾ ਹੋਇਆ ਗਾ। ਪ੍ਰਿੰਸੈਸ ਤਾਨੀਆ ਵਾਜ਼ ਵਾਚਿੰਗ ਐਵਰੀਥਿੰਗ ਫਰੋਮ ਹਰ ਵਿੰਡੋ। ਹੁਣ ਇਹਦੇ ਵਿੱਚ ਸਮਝਣ ਦੀ ਗੱਲ ਕੀ ਆ, ਦੇਖੋ ਬਾਜ਼ ਆ ਗਿਆ ਅਤੇ ਵਾਚਿੰਗ ਆ ਗਿਆ, ਅਤੇ ਕਿਹੜਾ ਟੈਂਸ ਆ ਸਾਨੂੰ ਪਤਾ ਲੱਗ ਗਿਆ, ਪਾਸਟ ਕੰਟੀਨਿਊਸ। ਹਾਂਜੀ ਹਾਂਜੀ ਫਿਰ ਅੱਗੇ ਪੜ੍ਹੋ। ਸ਼ੀ ਸਟਾਰਟਡ ਲਾਫਿੰਗ, ਇਟ ਵਾਜ਼ ਦਾ ਫਨੀਐਸਟ ਥਿੰਗ ਸ਼ੀ ਹੈਡ ਐਵਰ ਸੀਨ। ਹੀ ਲਾਫਡ ਐਂਡ ਲਾਫਡ, ਹੀ ਕੈਪਟ ਲਾਫਿੰਗ। ਦ ਕਿੰਗ ਵਾਜ਼ ਪਾਸਿੰਗ, ਹੈ ਨਾ। ਇੱਥੇ ਵੀ ਬਾਜ਼ ਪਾਸਿੰਗ ਆ ਗਿਆ, ਇੱਥੇ ਬਾਜ਼ ਲਾਫਿੰਗ ਆ ਗਿਆ, ਹੈ ਨਾ। ਸੋ ਇੱਥੇ ਕੀ ਦੱਸਣ ਦੀ ਕੋਸ਼ਿਸ਼, ਬਰ ਲਾਫਿੰਗ ਆ ਗਿਆ, ਦੇਖੋ ਬਰ ਲਾਫਿੰਗ ਆ ਗਿਆ। ਫਿਰ ਇਹ ਸਾਰੇ ਕਿਤੇ ਕੀ ਆ, ਪਾਸਟ ਕੰਟੀਨਿਊਸ ਟੈਂਸ ਦੀ ਵਰਤੋਂ ਕੀਤੀ ਗਈ ਆ, ਤੁਹਾਨੂੰ ਸਮਝਾਉਣ ਲਈ ਲੈਸਨ ਦੇ ਵਿੱਚੋਂ ਲਿਆ ਗਿਆ। ਹੁਣ ਅੱਗੇ ਵੀ ਇਹੀ ਗੱਲ ਸਮਝਾਈ ਗਈ ਆ। ਵਾਚਿੰਗ, ਪਾਸਿੰਗ, ਲਾਫਿੰਗ ਯੂਜ਼ ਕੀਤੀ ਗਈ ਫਸਟ ਫਾਰਮ ਨਾਲ ਇੰਗ, ਹੈ ਨਾ। ਸੋ ਫਿਰ ਉਹ ਕੀ ਕਹਿੰਦੇ ਨੇ ਵੀ ਇਹ ਕੀ ਆ, ਪਾਸਟ ਟੈਂਸ ਹੈ। ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ, ਪਾਸਟ ਕੰਟੀਨਿਊਸ ਟੈਂਸ ਦੇ ਨਾਲ ਵਿੱਚ ਲੱਗਦਾ ਵਾਜ਼, ਵਰ, ਵਰਬ ਦੀ ਪਹਿਲੀ ਫਾਰਮ ਦੇ ਨਾਲ ਇੰਗ ਲੱਗਦਾ ਬੇਟਾ, ਇਹ ਯਾਦ ਰੱਖਣਾ। ਹੁਣ ਕਰਦੇ ਹਾਂ ਦੇਖੋ ਕਿਹੜੇ ਨਾਲ ਕਿਹੜਾ ਲੱਗਦਾ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਆਈ, ਹੀ, ਸ਼ੀ ਸਿੰਗੂਲਰ ਨਾਊਨ ਆ ਤਾਂ ਵਾਜ਼ ਲੱਗੂਗਾ। ਵੀ, ਯੂ, ਦੇ ਪਲੂਰਲ ਨਾਊਨ ਆ ਤਾਂ ਵਰ ਲੱਗੂਗਾ। ਵਰਬ ਦੀ ਪਹਿਲੀ ਫਾਰਮ ਨਾਲ ਇੰਗ, ਫਿਰ ਆਬਜੈਕਟ। ਦੇਖੋ ਇਹ ਸਾਰਾ ਉਹੀ ਸਟਰਕਚਰ ਹੋ ਗਿਆ। ਇਹ ਸਬਜੈਕਟ ਹੋ ਗਿਆ, ਇਹ ਹੈਲਪਿੰਗ ਵਰਬ ਹੋ ਗਿਆ, ਇਹ ਮੇਨ ਵਰਬ ਦੀ ਪਹਿਲੀ ਫਾਰਮ ਨਾਲ ਕੀ ਹੋ ਗਿਆ, ਇੰਗ ਹੋ ਗਿਆ, ਇਹ ਆਬਜੈਕਟ ਆ ਬੇਟਾ। ਠੀਕ, ਹਾਂਜੀ ਜੇ ਵੀ, ਯੂ, ਦੇ ਪਲੂਰਲ ਆ ਫਿਰ ਵਰ ਲੱਗਣਾ ਗਾ। ਇਹ ਪੋਜ਼ਿਟਿਵ ਟੈਂਸ ਸੀ, ਨੈਗੇਟਿਵ ਦੇ ਵਿੱਚ ਬਾਜ਼ ਦੇ ਨਾਲ ਨੋਟ, ਵਰ ਦੇ ਨਾਲ ਨੋਟ, ਬਾਕੀ ਕੋਈ ਚੇਂਜ ਨਹੀਂ, ਸੇਮ ਆ ਬੇਟਾ। ਕੁਐਸਚਨ ਵਾਲੇ 'ਚ ਵੀ ਸੇਮ ਉਹੀ ਆ, ਬਾਜ਼ ਸਟਾਰਟਿੰਗ 'ਚ ਆ ਜਾਣਾ, ਆਈ, ਹੀ, ਸ਼ੀ ਇਟ ਨਾਲ ਲੱਗਣਾ, ਪਰ ਉਹਦੇ ਜੇ ਕੁਐਸਚਨ ਮਾਰਕ ਵਾਲਾ ਗਾ ਤਾਂ ਫਿਰ ਕੀ ਆ ਜੂ, ਅੱਗੇ ਆ ਜੂਗਾ। ਅਤੇ ਯੂ, ਵੀ, ਦੇ ਨਾਲ ਕੀ ਲੱਗਣਾ, ਵਰ ਲੱਗਣਾ। ਜੇ ਕੁਐਸਚਨ ਵਾਲਾ ਤਾਂ ਫਿਰ ਕੀ ਆ ਜੂਗਾ, ਸਟਾਰਟਿੰਗ 'ਚ ਆ ਜੂਗਾ। ਠੀਕ, ਸਮਝ ਲੱਗ ਗਈ। ਚਲੋ ਜੀ ਐਕਟੀਵਿਟੀ ਕਰਦੇ ਹਾਂ ਹੁਣ ਆਪਾਂ ਇਹਦੇ ਨਾਲ ਰਿਲੇਟਡ। 6th one, ਸਪਲਾਈ ਦਾ ਸੁਟੇਬਲ ਫਾਰਮ ਆਫ ਵਰਬ ਗਿਵਨ ਇਨ ਬਰੈਕਟ। ਦ ਫਸਟ ਵਨ ਇਜ਼ ਡਨ ਫॉर ਯੂ। ਕਹਿੰਦੇ ਬਰੈਕਟ ਦੇ ਵਿੱਚ ਵਰਬ ਦੀ ਫਾਰਮ ਦਿੱਤੀ ਗਈ, ਉਹਨੂੰ ਦੇਖ ਕੇ ਤੁਸੀਂ ਇਹਨੂੰ ਪੂਰਾ ਕਰੋ ਸੈਂਟੈਂਸ ਨੂੰ। ਪਹਿਲਾਂ ਤੁਹਾਡੇ ਲਈ ਕੀਤਾ ਜਾ ਰਿਹਾ। ਆਈ ਵਾਜ਼ ਸ਼ੋਪਿੰਗ, ਸ਼ੋਪ ਲਿਖਿਆ ਹੋਇਆ ਸੀ, ਵਾਜ਼ ਸ਼ੋਪਿੰਗ ਵੈਨ ਯੂ ਕਾਲਡ। ਹੁਣ ਸਾਨੂੰ ਇੱਥੇ ਥੋੜ੍ਹੀ ਇਹ ਕਨਫਿਊਜ਼ਨ ਹੋ ਸਕਦੀ ਹੈ ਤੁਹਾਨੂੰ ਵੀ ਤੁਹਾਨੂੰ ਕਿਵੇਂ ਪਤਾ ਲੱਗੂ ਅਸੀਂ ਵਾਜ਼ ਵਾਰ ਅਪਲਾਈ ਕਰਨਾ ਜਾਂ ਇਜ਼ ਐਮ ਆਰ ਅਪਲਾਈ ਕਰਨਾ। ਹਾਂਜੀ ਉਹਦੇ ਲਈ ਆਪਾਂ ਬੇਟਾ ਦੇਖਾਂਗੇ, ਆਹ ਦੇਖੋ ਕਾਲਡ ਸੈਕੰਡ ਫਾਰਮ ਲੱਗੀ ਵੀ ਆ। ਜਿਹੜਾ ਸਿੰਪਲ ਪ੍ਰੈਜ਼ੈਂਟ ਟੈਂਸ ਹੁੰਦਾ ਗਾ ਉਹਦੇ ਵਿੱਚ ਵਰਬ ਦੀ ਸੈਕੰਡ ਫਾਰਮ ਲੱਗਦੀ ਆ। ਇੱਥੋਂ ਸੈਕੰਡ ਫਾਰਮ ਦੱਸ ਰਹੀ ਹੈ ਵੀ ਪਾਸਟ ਟੈਂਸ ਹੈ, ਇਸ ਲਈ ਅਸੀਂ ਬਾਜ਼ ਜਾਂ ਵਰ ਦੀ ਵਰਤੋਂ ਕਰਾਂਗੇ। ਠੀਕ, ਹੁਣ ਦੇਖੋ ਸੈਕੰਡ ਸਟੂਡੈਂਟਸ ਬਹੁਤੇ ਨੇ ਸੋ ਵਰ ਲੱਗੂਗਾ, ਵਰ ਪਲੇਇੰਗ। ਇਹ ਸਾਨੂੰ ਪਤਾ ਕਿੱਥੋਂ ਲੱਗਿਆ, ਲੱਗੀ ਵੀ ਸੈਕੰਡ ਫਾਰਮ ਰੀਚਡ। ਠੀਕ, ਇਸ ਲਈ ਵਰ ਲਾਤਾ, ਪਲੇ ਦਾ ਬਣ ਗਿਆ ਪਲੇਇੰਗ। ਥਰਡ ਦੇ ਵਿੱਚ ਦੇਖੋ ਇਹਦੇ ਵਿੱਚ ਕਿੱਥੇ ਆ, ਡਿਡ ਨੋਟ ਲੱਗਿਆ ਵਾ। ਡਿਡ ਨੋਟ ਪਾਸਟ ਦੇ ਵਿੱਚ ਲੱਗਦਾ, ਇੱਥੋਂ ਟੋਲਡ ਲੱਗੀ ਵੀ ਆ ਵਰਬ ਦੀ ਸੈਕੰਡ ਫਾਰਮ, ਇੱਥੋਂ ਪਤਾ ਲੱਗ ਗਿਆ ਪਾਸਟ ਟੈਂਸ ਦੀ ਗੱਲ ਚੱਲ ਰਹੀ ਹੈ, ਇਸ ਲਈ ਹੀ ਲੱਗਿਆ ਵਾ। ਹੀ ਦੇ ਨਾਲ ਅਸੀਂ ਲਾਇਆ ਬਾਜ਼, ਬਾਜ਼ ਦਾ ਬਣ ਗਿਆ ਵਾਚਿੰਗ। ਸ਼ੀਲਾ ਐਂਡ ਕੁੰਤੀ ਆ ਗਿਆ ਅੱਗੇ ਵੀ ਵਰਕਿੰਗ ਆਫਿਸ। ਬਾਕਡ ਆ ਲੱਗੀ ਵੀ ਆ ਦੂਜੀ ਫਾਰਮ ਇਹ ਵਾਲੀ। ਠੀਕ ਆ, ਵਰਬ ਦੀ ਸੈਕੰਡ ਫਾਰਮ ਲੱਗੀ ਵੀ, ਇੱਥੋਂ ਪਤਾ ਲੱਗ ਗਿਆ ਸਾਨੂੰ ਪਾਸਟ ਹੈ, ਇਸ ਲਈ ਅਸੀਂ ਦੋ ਨੇ ਇੱਧਰ ਵਰ ਲਾਇਆ, ਵਰਕ ਦਾ ਵਰਕਿੰਗ ਬਣ ਗਿਆ। ਇਸੇ ਤਰੀਕੇ ਨਾਲ ਇਹਦੇ ਵਿੱਚ ਆ ਗਿਆ ਅਗਲੇ ਵਿੱਚ
ਰਾਈਡਰਸ ਬਹੁਤੇ ਨੇ ਇਸ ਲਈ ਬਰ ਲਾਇਆ। ਬਾਰਮਿੰਗ ਬਾਰ ਦਾ ਬਣ ਗਿਆ ਇੰਗ ਲੱਗ ਜੂ, ਨਾਲ ਅਪ ਪ੍ਰਪੋਜੀਸ਼ਨ ਲੱਗੀ ਵੀ ਆ ਉਹ ਨਾਲ ਹੀ ਰਹਿੰਦੀ ਹੁੰਦੀ ਆ, ਬਾਰਮਿੰਗ ਅਪ ਬਣ ਗਿਆ। ਇਹਦੀ ਇੱਧਰ ਨੀਚੇ ਹੋਊਗੀ, ਮੈਂ ਤੁਹਾਨੂੰ ਇਹਨੂੰ ਕੱਟ ਕੇ ਦਿਖਾਉਂਦੀ ਹਾਂ ਵੀ ਇਹਦੇ ਥੱਲੇ ਲੱਗੀ ਹੋਊ ਸੈਕਿੰਡ ਫਾਰਮ ਅਰਾਈਵਡ। ਹਾਂ ਜੀ ਆਹ ਲੱਗੀ ਵੀ ਆ ਲਾਸਟ 'ਤੇ ਅਰਾਈਵਡ। ਹਾਂਜੀ ਨੈਕਸਟ 6th ਵਨ 'ਤੇ ਚੱਲਦੇ ਹਾਂ। ਦੇਖੋ ਇਹਦੇ ਵਿੱਚ ਵੀ ਕਿੱਥੋਂ ਸਾਨੂੰ ਪਤਾ ਲੱਗੂ, ਪਹਿਲਾਂ ਹੀ ਲੱਗਿਆ ਹੋਇਆ ਬਾਜ਼ ਪ੍ਰੇਇੰਗ ਹੈ ਨਾ। ਸੋ ਅਗਲੇ 'ਚ ਵੀ ਉਹੀ ਲੱਗਣਾ, ਵਾਜ਼ ਬੇਕਿੰਗ ਬਣ ਗਿਆ। ਕਿਰਨ ਲੱਗਿਆ ਹੋਇਆ, ਕਿਰਨ ਸਿੰਗੂਲਰ ਆ, ਬਾਜ਼ ਲੱਗ ਗਿਆ, ਬੇਕ ਦਾ ਬਣ ਗਿਆ ਬੇਕਿੰਗ। ਆਈ ਡੈਸ਼ ਡਰਾਈਵ ਵੈਨ ਯੂ ਕਾਲਡ, ਕਾਲਡ ਲੱਗਿਆ ਹੋਇਆ, ਕਾਲਡ ਤੋਂ ਸਾਨੂੰ ਕੀ ਪਤਾ ਲੱਗੂਗਾ, 1 ਮਿੰਟ ਬੇਟਾ, ਕਾਲਡ ਤੋਂ ਪਤਾ ਲੱਗੂਗਾ ਸਾਨੂੰ, ਹਾਂਜੀ ਸੈਕਿੰਡ ਫਾਰਮ ਲੱਗੀ ਵੀ ਇਸ ਲਈ ਇੱਥੇ ਆਈ ਦੇ ਨਾਲ ਅਸੀਂ ਬਾਜ਼ ਲਾਉਣਾ, ਡਰਾਈਵ ਦਾ ਡਰਾਈਵਿੰਗ ਕਰ ਦੇਣਾ। ਜੈਸਟਰਡੇ, ਜੈਸਟਰਡੇ ਵੀ ਪਾਸਟ ਦੀ ਨਿਸ਼ਾਨੀ ਆ, ਜੈਸਟਰਡੇ ਲੱਗਿਆ ਹੋਇਆ ਮੀਨਜ਼ ਪਾਸਟ ਟੈਂਸ ਆ। ਸ਼ੀ ਆ ਸੋ ਬਾਜ਼ ਆ ਗਿਆ, ਵਾਕ ਦਾ ਵਾਕਿੰਗ ਆ ਗਿਆ। ਠੀਕ, ਅੱਗੇ ਆ ਗਿਆ ਜੀ ਮਾਈ ਮਦਰ ਵਾਜ਼ ਕੁਕਿੰਗ ਐਂਡ ਮਾਈ ਫਾਦਰ ਵਾਜ਼ ਡਸਟਿੰਗ ਦਾ ਹਾਊਸ ਜੈਸਟਰਡੇ। ਇੱਥੇ ਵੀ ਸਾਨੂੰ ਕਿੱਥੋਂ ਪਤਾ ਲੱਗਿਆ, ਬਾਜ਼ ਲਾਵਾਂਗੇ ਚੇਂਜ ਲਾਵਾਂਗੇ, ਆ ਜੈਸਟਰਡੇ ਪਿਆ, ਜੈਸਟਰਡੇ ਪਾਸਟ ਟੈਂਸ ਹੈ ਇਸ ਲਈ ਮਾਈ ਮਦਰ ਸਿੰਗੂਲਰ ਆ, ਬਾਜ਼ ਲਾਇਆ, ਫਾਦਰ ਸਿੰਗੂਲਰ ਆ, ਬਾਜ਼ ਲਾਇਆ, ਅਤੇ ਵਰਬ ਦੀ ਪਹਿਲੀ ਫਾਰਮ ਨਾਲ ਇੰਗ ਲੱਗ ਹੀ ਜਾਣਾ। 10th ਵਨ ਸ਼ਾਂਤੀ ਵਾਜ਼ ਬੋਇਲਿੰਗ ਮਿਲਕ ਵੈਨ ਰੀਤਾ ਕੇਮ। ਇਹਦੇ 'ਚ ਵੀ ਆ ਕੇਮ ਸੈਕਿੰਡ ਫਾਰਮ ਆ, ਪਹਿਲੀ ਪੁੱਤ ਕੰਮ ਹੁੰਦੀ ਹੈ COME ਕੰਮ। ਇੱਥੇ ਕੇਮ ਲੱਗੀ ਵੀ ਹੈ, ਕੇਮ ਦੱਸਦੀ ਹੈ ਪਾਸਟ ਟੈਂਸ ਹੈ ਇਸ ਲਈ ਅਸੀਂ ਵਾਜ਼ ਲਾਇਆ, ਬੋਇਲਿੰਗ ਲਾਇਆ। ਆਈ ਹੋਪ ਕਿ ਤੁਹਾਨੂੰ ਇਹ ਸਮਝ ਲੱਗ ਗਿਆ ਹੋਣਾ। ਇਹ ਸੀ ਤੁਹਾਡੀ 6th ਐਕਟੀਵਿਟੀ। ਇਹਨੂੰ ਆਪਣੀ ਨੋਟਬੁੱਕਸ ਅਤੇ ਬੁੱਕਸ 'ਤੇ ਨੋਟ ਡਾਊਨ ਕਰ ਲਓ ਅਤੇ ਚੰਗੇ ਤਰੀਕੇ ਨਾਲ ਸਮਝ ਕੇ ਹੋਵੋਗੇ ਤੁਸੀਂ। ਹੁਣ ਅਗਲੀ ਐਕਟੀਵਿਟੀ ਹੈ ਬੇਟਾ ਲਿਸਨ, ਲਰਨਿੰਗ ਟੂ ਲਿਸਨ, ਸੁਣਨਾ ਸਿੱਖਣਾ ਸੀ ਇਹਦੇ ਵਿੱਚ ਐਕਟੀਵਿਟੀ ਦੇ ਵਿੱਚ। ਹਾਂਜੀ ਐਕਟੀਵਿਟੀ ਕੀ ਕਹਿ ਰਹੀ ਆ, ਲੈਟਸ ਪਲੇ ਅ ਗੇਮ ਟੂਡੇ, ਆਓ ਇੱਕ ਗੇਮ ਖੇਡੀਏ ਅੱਜ। ਗੈਟ ਅਪ ਫਰੋਮ ਯੂਅਰ ਸੀਟਸ, ਆਪਣੀਆਂ ਸੀਟਾਂ ਤੋਂ ਖੜ੍ਹੇ ਹੋ ਜਾਓ। ਦ ਨੇਮ ਆਫ ਦਾ ਗੇਮ ਇਜ਼ ਦ ਪ੍ਰਿੰਸੈਸ ਸੇਜ਼। ਹਾਂਜੀ ਗੇਮ ਦਾ ਨਾਮ ਕੀ ਹੈ, ਖੇਡ ਦਾ ਨਾਮ ਕੀ ਆ, ਰਾਜਕੁਮਾਰੀ ਕਹਿੰਦੀ ਹੈ, ਪ੍ਰਿੰਸੈਸ ਸੇਜ਼। ਯੂ ਵਿਲ ਫੋਲੋ ਦਾ ਕਮਾਂਡ ਆਫ ਯੂਅਰ ਟੀਚਰ, ਤੁਸੀਂ ਆਪਣੇ ਟੀਚਰ ਦੀ ਕਮਾਂਡ ਫੋਲੋ ਕਰਨੀ, ਜਿਵੇਂ ਟੀਚਰ ਕਹਿੰਦਾ ਉੱਦਾਂ ਕਰਨਾ। ਹੀ ਔਰ ਸ਼ੀ ਵਿਲ ਗਿਵ ਯੂ ਕਮਾਂਡ ਟੂ ਫੋਲੋ, ਜਿਹੜੀ ਵੀ ਉਹ ਤੁਹਾਨੂੰ ਚਾਹੇ ਟੀਚਰ ਹੀ ਹੈ ਚਾਹੇ ਸ਼ੀ, ਠੀਕ ਆ, ਉਹ ਤੁਹਾਨੂੰ ਜੋ ਕਮਾਂਡ ਦਿੰਦਾ ਤੁਸੀਂ ਉਹਨੂੰ ਫੋਲੋ ਕਰਨਾ। ਕਮਾਂਡਸ ਵਿਲ ਗਿਵਨ ਵਿਦ ਦਾ ਫਰੇਜ਼ ਦ ਪ੍ਰਿੰਸੈਸ ਸੇਜ਼, ਜਿੰਨੀਆਂ ਵੀ ਕਮਾਂਡਸ ਦਿੱਤੀਆਂ ਜਾਣਗੀਆਂ ਉਹ ਇਸ ਫਰੇਜ਼ਸ ਦੇ ਨਾਲ ਦਿੱਤੀਆਂ ਜਾਣਗੀਆਂ। ਪ੍ਰਿੰਸੈਸ ਸੇਜ਼ ਰਾਜਕੁਮਾਰੀ ਕਹਿੰਦੀ ਹੈ। ਇਫ ਦਾ ਟੀਚਰ ਡਜ਼ ਨਾਟ ਸੇ ਦ ਪ੍ਰਿੰਸੈਸ ਸੇਜ਼ ਬਿਫੋਰ ਅ ਕਮਾਂਡ, ਹਾਂ ਜੇ ਕਹਿੰਦੇ ਕੋਈ ਵੀ ਹੁਕਮ ਦੇਣ ਤੋਂ ਪਹਿਲਾਂ, ਕਮਾਂਡ ਦੇਣ ਤੋਂ ਪਹਿਲਾਂ ਟੀਚਰ ਇਹ ਗੱਲ ਨਹੀਂ ਕਹਿੰਦਾ ਦ ਪ੍ਰਿੰਸੈਸ ਸੇਜ਼, ਫਿਰ ਕੀ ਹੋਊਗਾ, ਹੋਲਡ ਯੂਅਰ ਲੈਫਟ ਈਅਰ, ਤੁਸੀਂ ਆਪਦਾ ਖੱਬਾ ਕੰਨ ਫੜ ਲੈਣਾ। ਯੂ ਵਿਲ ਨਾਟ ਫੋਲੋ ਦਾ ਕਮਾਂਡ, ਅਤੇ ਤੁਸੀਂ ਉਸ ਕਮਾਂਡ ਨੂੰ ਫੋਲੋ ਨਹੀਂ ਕਰਨਾ। ਜੇ ਟੀਚਰ ਨੇ ਦ ਪ੍ਰਿੰਸੈਸ ਸੇਜ਼ ਨਹੀਂ ਕਿਹਾ ਤਾਂ ਤੁਸੀਂ ਖੱਬਾ ਕੰਨ ਫੜ ਕੇ ਖੜ ਜਾਣਾ, ਪਰ ਉਸ ਕਮਾਂਡ ਨੂੰ ਫੋਲੋ ਨਹੀਂ ਕਰਨਾ। ਠੀਕ, ਇਫ ਯੂ ਸਟਿਲ ਫੋਲੋ ਦਾ ਕਮਾਂਡ ਯੂ ਵਿਲ ਬੀ ਆਊਟ ਆਫ ਦਾ ਗੇਮ, ਜੇ ਤੁਸੀਂ ਇਹ ਭੁੱਲ ਗਏ, ਤੁਸੀਂ ਦੇਖਿਆ ਹੀ ਨਹੀਂ ਵੀ ਉਹਨਾਂ ਨੇ ਪ੍ਰਿੰਸੈਸ ਸੇਜ਼ ਕਿਹਾ ਜਾਂ ਨਹੀਂ ਕਿਹਾ, ਅਤੇ ਕਮਾਂਡ ਫੋਲੋ ਕਰ ਲਈ ਤਾਂ ਤੁਸੀਂ ਕੀ ਹੋ ਜਾਓਗੇ, ਫਿਰ ਗੇਮ 'ਚੋਂ ਆਊਟ ਹੋ ਜਾਓਗੇ। ਇਸ ਤਰੀਕੇ ਨਾਲ ਗੇਮ ਕੰਟੀਨਿਊ ਚੱਲੀ ਜਾਊਗੀ। ਦਾ ਲਾਸਟ ਪਰਸਨ ਲੈਫਟ, ਜਿਹੜਾ ਐਂਡ 'ਤੇ ਬੰਦਾ ਬਚ ਜੂਗਾ ਉਹ ਵਿਨ ਕਰ ਜੂਗਾ। ਇਹ ਗੇਮ ਤੁਸੀਂ ਆਪਣੇ ਭੈਣ ਭਰਾਵਾਂ ਨਾਲ, ਆਪਣੇ ਦੋਸਤਾਂ ਮਿੱਤਰਾਂ ਨਾਲ ਖੇਡ ਸਕਦੇ ਹੋ ਹੈ ਨਾ। ਗੱਬਰ ਸੇਜ਼ ਪਹਿਲਾਂ ਇੱਕ ਆਈ ਸੀ ਇਹ ਐਕਟੀਵਿਟੀ ਪਿਛਲੇ ਸਾਲ, ਉਹਦਾ ਹੀ ਇਹ ਸੁਧਰਿਆ ਹੋਇਆ ਵਰਜਨ ਕਹਿ ਸਕਦੇ ਹੋ ਦਾ ਪ੍ਰਿੰਸੈਸ ਸੇਜ਼, ਉਹ 'ਚ ਗੱਬਰ ਸੇਜ਼ ਸੀਗਾ। ਤੁਸੀਂ ਆਪਦੀ ਇਹ ਕਮਾਂਡ ਬਣਾਓ, ਪ੍ਰਿੰਸੈਸ ਸੇਜ਼ ਸਿਟ ਡਾਊਨ, ਪ੍ਰਿੰਸੈਸ ਸੇਜ਼ ਸਟੈਂਡ ਅਪ, ਪ੍ਰਿੰਸੈਸ ਸੇਜ਼ ਰਨ, ਹੈ ਨਾ। ਇੱਦਾਂ ਦੀਆਂ ਤੁਸੀਂ ਕਮਾਂਡਸ ਇੱਕ ਦੂਜੇ ਨਾਲ ਖੇਡੋ, ਕੋਲ ਚੱਕਰ ਬਣਾ ਕੇ ਖੜ੍ਹ ਜਾਓ। ਜਿਹੜਾ ਬੱਚਾ ਜਦੋਂ ਕੀ ਕਰਦਾ, ਗਲਤੀ ਕਰਦਾ, ਉਹਨਾਂ ਨੇ ਕਿਹਾ ਨਹੀਂ ਪ੍ਰਿੰਸੈਸ ਸੇਜ਼, ਉਹਨੇ ਕਮਾਂਡ ਫੋਲੋ ਕਰਤੀ, ਉਹ ਆਊਟ ਹੋ ਗਿਆ। ਸੋ ਇਹ ਸੀ ਤੁਹਾਡੀ ਐਕਟੀਵਿਟੀ, ਵੈਰੀ ਇੰਜੋਏਬਲ। ਸੋ ਇਹਨੂੰ ਖੇਡੋ ਅਤੇ ਕਰੋ। ਨਾਓ ਯੂ ਟਰਾਈ ਟੂ ਸੋਲਵ ਡੇਲੀ ਡੋਜ਼, ਤੁਹਾਨੂੰ ਡੇਲੀ ਡੋਜ਼ ਇਹ ਆਈ ਹੋਈ ਸੀਗੀ। ਠੀਕ, ਇਹ ਹੁਣ ਮੈਂ ਤੁਹਾਨੂੰ ਸਾਰੀ ਸਮਝਾਤੀ, ਹੁਣ ਤੁਸੀਂ ਇਹਨੂੰ ਆਪ ਕੰਪਲੀਟ ਕਰਨਾ ਗਾ ਬੇਟਾ। ਮੈਨੂੰ ਪਤਾ ਕਿ ਹੁਣ ਤੁਸੀਂ ਇਹਨੂੰ ਕੰਪਲੀਟ ਕਰ ਸਕਦੇ ਹੋ। ਠੀਕ, ਤੁਹਾਨੂੰ ਕਿਉਂਕਿ ਆਪਾਂ ਤੁਹਾਨੂੰ ਸਮਝਾਤਾ। ਠੀਕ, ਇਹਦੇ ਦੇ ਉੱਤੇ ਲਿਖਿਆ ਹੋਇਆ ਪ੍ਰੈਜ਼ੈਂਟ ਕੰਟੀਨਿਊਸ ਦੀ ਵਰਤਣਾ। ਸੋ ਇਸਦੇ ਮਾਰ ਦੀ ਵਰਤੋਂ ਕਰਨੀ ਆ, ਵਰਬ ਦੀ ਪਹਿਲੀ ਫਾਰਮ ਦੇ ਨਾਲ ਇੰਗ ਲਗਾਉਣਾ। Thanks for watching. I hope you enjoy the video and understand the continuous tense well. Bye for now, beta.